ਨਿਆਰੇ ਫਰਾਂਸੀਸੀ ਕਿਸੇ ਦੇ ਪਿੱਛ ਲੱਗ ਨਹੀਂ ਹਨ। ਹਰੇਕ ਗੱਲ ਵਿੱਚ ਇਹ ਨਿਆਰੇ ਹਨ। ਇਹ ਰਿਸ਼ਤਿਆਂ ਸੰਬੰਧੀ ਪ੍ਰਯੋਗ ਕਰਦੇ ਹੀ ਰਹਿੰਦੇ ਹਨ। ਤਲਾਕ ਵੇਲੇ ਲੜਦੇ ਨਹੀਂ ਅਤੇ ਵਿਆਹ ਵੇਲੇ ਵੀ ਕੋਈ ਝੂਠ ਨਹੀਂ ਬੋਲਦਾ। ਕਈ ਵੱਡੀ ਉਮਰ ਦੀਆਂ ਇਸਤਰੀਆਂ ਦੇ ਜਵਾਨ ਪ੍ਰੇਮੀ ਹਨ। ਕਈ ਮੁਟਿਆਰਾਂ ਆਪਣੇ ਤੋਂ ਦੁੱਗਣੀ ਚੌਗਣੀ ਉਮਰ ਦੇ ਪੁਰਸ਼ਾਂ ਨਾਲ ਵਿਆਹ ਕਰਵਾਉਂਦੀਆਂ ਹਨ। 2017 ਵਿੱਚ ਫਰਾਂਸ ਦੇ ਨਵੇਂ ਰਾਸ਼ਟਰਪਤੀ 40 ਸਾਲਾ ਮੈਕਰੋਨ ਨੇ 65 ਸਾਲ ਦੀ ਆਪਣੀ ਅਧਿਆਪਕਾ ਨਾਲ ਰਾਸ਼ਟਰਪਤੀ ਬਣਨ ਮਗਰੋਂ ਵਿਆਹ ਕਰਵਾਇਆ ਸੀ। ਫਰਾਂਸੀਸੀ ਪਰਵਾਹ ਨਹੀਂ ਕਰਦੇ ਕਿ ਲੋਕ ਕੀ ਕਹਿਣਗੇ, ਜਿਸ ਕਾਰਨ ਲੋਕ ਕੁਝ ਕਹਿੰਦੇ ਵੀ ਨਹੀਂ। ਕਾਨੂੰਨ ਨਹੀਂ ਤੋੜਨਾ, ਬਾਕੀ ਸਭ ਕਰਨ ਦੀ ਖੁੱਲ੍ਹ ਹੈ। ਪੈਰਿਸ ਵਿੱਚ ਵੇਸਵਾਵਾਂ ਦਾ 5 ਤਾਰਾ ਹੋਟਲਾਂ ਵਰਗਾ ਸਾਫ ਸੁਥਰਾ ਸ਼ਾਂਤਮਈ ਧੰਦਾ ਹੈ। ਵੇਸਵਾਵਾਂ ਪੁਲਿਸ ਵਾਲਿਆਂ ਅਤੇ ਪੱਤਰਕਾਰਾਂ ਨੂੰ 25% ਰਿਆਇਤ ਦਿੰਦੀਆਂ ਹਨ, ਜਿਸ ਕਾਰਨ ਇਹਨਾਂ ਬਾਰੇ ਕੋਈ ਖਬਰ ਨਹੀਂ ਛਪਦੀ। ਧੰਨਵਾਦ। ਮਸ਼ਹੂਰ ਨਾਵਲਕਾਰ ਦੋਸਤੋਵਸਕੀ ਰੂਸ ਦਾ ਵਿਸ਼ਵ ਪ੍ਰਸਿੱਧ ਨਾਵਲਕਾਰ ਹੋਇਆ ਹੈ। ਉਸਨੇ ਸਾਈਬੇਰੀਆ ਵਿੱਚ 4 ਸਾਲ ਕੈਦ ਭੁਗਤੀ ਸੀ ਅਤੇ ਗੋਲੀ ਨਾਲ ਮਾਰੇ ਜਾਣ ਦੇ ਅੰਤਲੇ ਪਲਾਂ ਵਿੱਚ ਬਚਿਆ ਸੀ। ਉਹ ਬਹੁਤ ਉਦਾਸੇ ਹੋਏ ਚਿਹਰੇ ਵਾਲਾ ਵਿਅਕਤੀ ਸੀ। ਕਿਹਾ ਜਾਂਦਾ ਹੈ ਕਿ ਦੋਸਤੋਵਸਕੀ ਨੂੰ ਨਾ ਪੜ੍ਹਨਾ, ਕਿਉਂਕਿ ਉਹ ਉਸ ਉਪਰੰਤ ਕੁਝ ਵੀ ਤੁਹਾਨੂੰ ਉੱਚੀ ਪੱਧਰ ਦਾ ਨਹੀਂ ਲੱਗੇਗਾ। ਉਹਨੇ ਆਪ ਲਿਖਿਆ ਹੈ, ਮੇਰੀ ਸ਼ਕਲ ਸੂਰਤ ਅਜਿਹੀ ਨਹੀਂ ਕਿ ਪ੍ਰੇਮਿਕਾ ਵੱਲੋਂ ਛੱਡੇ ਜਾਣ ਕਰਕੇ ਮੈਂ ਝੂਰਦਾ ਜਾਂ ਪ੍ਰੇਮਿਕਾ ਦੀ ਨਿੰਦਾ ਕਰਦਾ। ਮੈਨੂੰ ਪਤਾ ਸੀ ਕੋਈ ਇਸਤਰੀ ਮੈਨੂੰ ਲੰਮਾ ਸਮਾਂ ਪਿਆਰ ਨਹੀਂ ਕਰੇਗੀ। ਜਿਸ ਨਾਲ ਵੀ ਪਿਆਰ ਹੋ ਜਾਏ, ਜਿਸ ਤੋਂ ਵੀ ਪਿਆਰ ਮਿਲੇ, ਉਸ 'ਤੇ ਧੰਨਵਾਦੀ ਹੋਵੋ। ਇਹ ਮੰਗ ਕਰਨੀ ਹੀ ਨਹੀਂ ਚਾਹੀਦੀ ਕਿ ਕੋਈ ਸਾਰਾ ਜੀਵਨ ਪਿਆਰ ਕਰੇ ਜਾਂ ਯਾਦ ਰੱਖੇ। ਧੰਨਵਾਦ। ਲੇਖਕ ਗੇਟੇ ਅਸੰਭਵ ਪਿਆਰ ਦੀ ਇੱਛਾ ਕਰਨ 'ਤੇ ਬਾਰ-ਬਾਰ ਦਿਲ ਦੇ ਟੁੱਟਣ ਨੇ ਜਰਮਨ ਗੇਟੇ ਨੂੰ ਲੇਖਕ ਬਣਾ ਦਿੱਤਾ। ਉਹ ਪਿਆਰ ਹੀ ਉਹਨਾਂ ਨੂੰ ਕਰਦਾ ਸੀ ਜਿੱਥੋਂ ਕੋਈ ਹੁੰਗਾਰਾ ਸੰਭਵ ਨਹੀਂ ਸੀ। ਉਸ ਦਾ ਸਭ ਤੋਂ ਪਹਿਲਾ ਪਿਆਰ 15 ਸਾਲਾਂ ਦੀ ਜਮਾਤਣ ਨਾਲ ਹੋਇਆ, ਜਿਸ ਨੇ ਗੇਟੇ ਨੂੰ ਖਹਿੜੇ ਪਿਆ ਬੱਚਾ ਦੱਸਿਆ। ਫਿਰ ਉਹਦਾ 7 ਬੱਚਿਆਂ ਦੀ ਮਾਂ ਨਾਲ ਪਿਆਰ ਹੋਇਆ। 12 ਸਾਲ ਉਹਦਾ ਗੁਆਂਢੀ ਬਣ ਕੇ ਉਡੀਕਦਾ ਰਿਹਾ। ਗੇਟੇ ਨੂੰ ਸਾਰੀ ਜ਼ਿੰਦਗੀ ਕੋਈ ਨਾ ਕੋਈ ਪਿਆਰ ਤੜਪਾਉਂਦਾ ਰਿਹਾ। ਉਹਨੇ ਕਈ ਵਾਰ ਆਤਮਘਾਤ ਕਰਨ ਦਾ ਯਤਨ ਕੀਤਾ, ਪਰ ਸਫਲ ਨਾ ਹੋਇਆ। ਦਿਲ ਦਾ ਟੁੱਟਣਾ ਗੇਟੇ ਦੀ ਆਦਤ ਹੀ ਬਣ ਗਈ ਸੀ। ਆਪਣੇ ਪਿਆਰ ਅਨੁਭਵਾਂ ਨੂੰ ਉਹਨੇ ਇੱਕ ਨਾਵਲ 'ਚ ਪੇਸ਼ ਕੀਤਾ। ਨਾਵਲ ਦੇ ਨਾਇਕ ਦੀ ਪੀਲੀ ਪਤਲੂਨ, ਨੀਲੀ ਕੋਟੀ, ਖੁੱਲ੍ਹੇ ਗਲੇ ਵਾਲੀ ਕਮੀਜ਼ ਪਾਉਣਾ ਜਰਮਨੀ ਵਿੱਚ ਹੀ ਨਹੀਂ, ਸਾਰੇ ਯੂਰਪ ਵਿੱਚ ਦਿਲ ਜਲੇ ਪ੍ਰੇਮੀਆਂ ਦਾ ਲਿਬਾਸ ਹੋ ਗਿਆ ਸੀ। ਕਈਆਂ ਨੇ ਨਾਵਲ ਦੇ ਨਾਇਕ ਵਾਂਗ ਆਤਮਘਾਤ ਕੀਤਾ। ਇਟਲੀ, ਜਰਮਨੀ, ਡੈਨਮਾਰਕ ਆਦਿ ਦੇਸ਼ਾਂ ਵਿੱਚ ਟੁੱਟੇ ਦਿਲਾਂ ਵਾਲੇ ਜਵਾਨਾਂ ਨੂੰ ਆਤਮਘਾਤ ਕਰਨ ਤੋਂ ਰੋਕਣ ਲਈ ਪੁਸਤਕ 'ਤੇ ਪਾਬੰਦੀ ਲਾਈ ਗਈ। ਗੇਟੇ ਕੇਵਲ ਦੁਖੀ ਹੋਣ ਅਤੇ ਉਦਾਸ ਹੋਣ ਵਿੱਚ ਹੀ ਸਫਲ ਹੋਇਆ। ਧੰਨਵਾਦ। ਸੁਨੇਹਾ ਇੱਕ ਪੁੱਤਰ ਆਪਣੇ ਬਹੁਤ ਬਜ਼ੁਰਗ ਪਿਤਾ ਨੂੰ ਉਹਦੇ ਜਨਮ ਦਿਨ 'ਤੇ ਇੱਕ ਵਧੀਆ ਹੋਟਲ ਵਿੱਚ ਲੈ ਕੇ ਗਿਆ। ਪਿਤਾ ਬਜ਼ੁਰਗ ਹੋਣ ਕਰਕੇ ਠੀਕ ਢੰਗ ਨਾਲ ਖਾ ਨਹੀਂ ਸੀ ਸਕਦਾ, ਪਰ ਪੁੱਤਰ ਧੀਰਜ ਨਾਲ ਵੇਖਦਾ ਰਿਹਾ ਅਤੇ ਖਾਣ ਵਿੱਚ ਪਿਤਾ ਦੀ ਮਦਦ ਕਰਦਾ ਰਿਹਾ। ਆਲੇ ਦੁਆਲੇ ਬੈਠੇ ਲੋਕ ਹੈਰਾਨ ਹੋ ਰਹੇ ਸਨ। ਬਜ਼ੁਰਗ ਦੇ ਖਾਣ ਉਪਰੰਤ ਪੁੱਤਰ ਨੇ ਟੇਬਲ ਸਾਫ਼ ਕੀਤਾ ਅਤੇ ਪਿਤਾ ਨੂੰ ਹੱਥ ਮੂੰਹ ਧੋਣ ਵਾਲੇ ਕਮਰੇ 'ਚ ਲੈ ਗਿਆ, ਜਿੱਥੇ ਉਸਨੇ ਸਾਫ਼ ਸਫਾਈ ਕੀਤੀ ਅਤੇ ਆਪਣੇ ਪਿਤਾ ਨੂੰ ਸੰਵਾਰ ਕੇ ਬਾਹਰ ਲਿਆਂਦਾ। ਸਾਰੇ ਹਾਜ਼ਰ ਇਸਤਰੀਆਂ ਪੁਰਸ਼ ਵੇਖ ਕੇ ਹੈਰਾਨ ਸਨ ਕਿ ਉਹ ਆਪਣੇ ਪਿਤਾ ਦਾ ਇੰਨਾ ਧਿਆਨ ਰੱਖ ਰਿਹਾ ਸੀ। ਬਿੱਲ ਦੀ ਅਦਾਇਗੀ ਉਪਰੰਤ ਪਿਤਾ ਨਾਲ ਉਹ ਜਦੋਂ ਜਾਣ ਲੱਗਿਆ ਤਾਂ ਇੱਕ ਪੱਕੀ ਉਮਰ ਵਾਲੀ ਹਾਜ਼ਰ ਗਾਹਕ ਨੇ ਕਿਹਾ, ਤੁਹਾਡਾ ਕੁਝ ਰਹਿ ਗਿਆ ਹੈ, ਤੁਸੀਂ ਕੁਝ ਛੱਡ ਚੱਲਿਓ। ਪੁੱਤਰ ਨੇ ਕਿਹਾ, ਨਹੀਂ, ਅਸੀਂ ਕੁਝ ਨਾਲ ਨਹੀਂ ਸੀ ਲਿਆਂਦਾ। ਪੱਕੀ ਉਮਰ ਵਾਲੇ ਨੇ ਕਿਹਾ, ਤੁਸੀਂ ਇੱਥੇ ਬੈਠੇ ਹਰੇਕ ਪੁੱਤਰ ਲਈ ਇੱਕ ਸੁਨੇਹਾ ਅਤੇ ਹਰੇਕ ਪਿਤਾ ਲਈ ਇੱਕ ਉਮੀਦ ਛੱਡ ਚੱਲਿਓ ਕਿ ਜਿਨ੍ਹਾਂ ਨੇ ਸਾਡੀ ਦੇਖਭਾਲ ਕੀਤੀ ਸੀ, ਉਹਨਾਂ ਦੀ ਦੇਖਭਾਲ ਕਰਨੀ ਉਹਨਾਂ ਦਾ ਸਭ ਤੋਂ ਵੱਡਾ ਅਤੇ ਉੱਚਾ ਸਨਮਾਨ ਹੈ। ਧੰਨਵਾਦ। ਪਾਦਰੀ
ਇੱਕ ਪੁਰਸ਼ ਨੂੰ ਇੱਕ ਅਮੀਰ ਸੁੰਦਰ ਇਸਤਰੀ ਨਾਲ ਪਿਆਰ ਸੀ। ਉਹ ਵੀ ਉਹਨੂੰ ਪਿਆਰ ਕਰਦੀ ਸੀ, ਪਰ ਪੁਰਸ਼ ਕੋਲ ਉਸ ਇਸਤਰੀ ਨਾਲ ਵਿਆਹ ਕਰਾਉਣ ਤੇ ਉਹਨੂੰ ਸੁਖੀ ਰੱਖਣ ਦੇ ਵਸੀਲੇ ਨਹੀਂ ਸਨ। ਸੋ ਉਸ ਇਸਤਰੀ ਦਾ ਵਿਆਹ ਇੱਕ ਬੜੇ ਅਮੀਰ ਪੁਰਸ਼ ਨਾਲ ਹੋ ਗਿਆ। ਉਸ ਦਾ ਪ੍ਰੇਮੀ ਪੁਰਸ਼ ਇਸ ਪ੍ਰਸੰਗ ਨੂੰ ਭੁੱਲਣ ਲਈ ਪਾਦਰੀ ਬਣ ਗਿਆ। ਧੰਨਵਾਦ। ਰੋਮਾਂਸ ਦਾ ਸੰਬੰਧ ਰੋਮ ਨਾਲ ਪ੍ਰਤੀਤ ਹੁੰਦਾ ਹੈ। ਸੰਸਾਰ ਦਾ ਸਭ ਤੋਂ ਵੱਧ ਵਿਚਿੱਤਰ ਸ਼ਹਿਰ ਰੋਮ ਰਿਹਾ ਹੈ। ਵਿਚਿੱਤਰਤਾ ਰੋਮਾਂਸ ਦਾ ਮੀਰੀ ਗੁਣ ਹੁੰਦੀ ਹੈ। ਸੰਸਾਰ ਦਾ ਸਭ ਤੋਂ ਵੱਧ ਰੋਮਾਂਟਿਕ ਦੇਸ਼ ਇਟਲੀ ਹੈ। ਜੇ ਪਿਆਰ ਦੇ ਰਾਹ ਵਿੱਚ ਰੁਕਾਵਟਾਂ ਨਾ ਹੋਣ ਤਾਂ ਉਹ ਪਿਆਰ ਰੋਮਾਂਸ ਨਹੀਂ ਬਣਦਾ। ਅਸੀਂ ਜੋ ਮਾਣਦੇ ਹਾਂ ਉਹ ਮਿਲਾਪ ਨਹੀਂ ਹੁੰਦਾ। ਮਿਲਾਪ ਤੋਂ ਪਹਿਲਾਂ ਦੀ ਅਵਸਥਾ ਹੁੰਦੀ ਹੈ, ਉਹ ਰੋਮਾਂਸ ਹੁੰਦੀ ਹੈ। ਰੋਮਾਂਸ ਰਾਹੀਂ ਅਸੀਂ ਆਪਣੇ ਆਪ ਬਾਰੇ ਸੋਝੀ ਪ੍ਰਾਪਤ ਕਰਦੇ ਹਾਂ, ਦੂਜੀ ਧਿਰ ਬਾਰੇ ਸੋਚਦੇ ਹਾਂ, ਮਿਲਣ ਦੀਆਂ ਵਿਉਂਤਾਂ ਬਣਾਉਂਦੇ ਹਾਂ, ਵਿਛੋੜੇ ਦਾ ਸੰਤਾਪ ਹੰਢਾਉਂਦੇ ਹਾਂ, ਮਿਲਾਪ ਦੇ ਮੁਲਤਵੀ ਹੋਣ 'ਤੇ ਉਦਾਸ ਹੁੰਦੇ ਹਾਂ। ਇਹ ਸਾਰੇ ਅਨੁਭਵ ਰੋਮਾਂਸ ਹਨ। ਧੰਨਵਾਦ। ਪਾਗਲ। ਪਤਨੀ ਨੇ ਪਤੀ ਨੂੰ ਕਿਹਾ, ਜੇ ਮੈਂ ਮਰ ਜਾਵਾਂ ਤਾਂ ਤੁਹਾਡਾ ਕੀ ਬਣੇਗਾ? ਪਾਗਲ ਹੋ ਜਾਵਾਂਗਾ ਮੈਂ। ਹੋਰ ਵਿਆਹ ਤਾਂ ਨਹੀਂ ਕਰਾਓਗੇ? ਪਾਗਲ ਬੰਦੇ ਦਾ ਕੀ ਪਤਾ ਕੀ ਕਰ ਲਵੇ। ਧੰਨਵਾਦ। ਆਜ਼ਾਦੀ। ਕਲਾਕਾਰ ਦੀ ਸਭ ਤੋਂ ਕੀਮਤੀ ਚੀਜ਼ ਉਹਦੀ ਆਜ਼ਾਦੀ ਹੁੰਦੀ ਹੈ। ਇੱਕ ਕਲਾਕਾਰ ਨੂੰ ਰਾਜੇ ਨੇ ਕਿਹਾ, ਗਾਓ। ਕਲਾਕਾਰ ਨੇ ਕਿਹਾ, ਗਾਉਣ ਦਾ ਮੂਡ ਨਹੀਂ। ਗਾਓ, ਇਹ ਰਾਜੇ ਦਾ ਹੁਕਮ ਹੈ। ਰਾਜੇ ਦਾ ਹੁਕਮ ਮੇਰੀਆਂ ਚੀਕਾਂ ਦਾ ਕਢਵਾ ਸਕਦਾ ਹੈ, ਪਰ ਇਹ ਮੈਨੂੰ ਗਾਉਣ ਨਹੀਂ ਲਾ ਸਕਦਾ। ਧੰਨਵਾਦ। ਕੀਮਤ। 3 ਭਾਰਤੀ ਰਿਆਸਤਾਂ ਦੇ ਇੱਕ ਰਾਜਕੁਮਾਰ ਨੂੰ ਵਾਇਸਰਾਏ ਨੇ ਵਜ਼ੀਫਾ ਦੇ ਕੇ ਇੰਗਲੈਂਡ ਪੜ੍ਹਨ ਲਈ ਪ੍ਰਵਾਨਗੀ ਦਿੱਤੀ। ਇੱਕ ਮਹਾਰਾਣੀ ਦਾ ਇੱਕ ਹੀ ਪੁੱਤਰ ਸੀ। ਉਹ ਨਹੀਂ ਸੀ ਚਾਹੁੰਦੀ ਕਿ ਉਹ ਦੂਰ ਚਲਾ ਜਾਵੇ। ਮਹਾਰਾਣੀ ਨੇ ਇੱਕ ਪ੍ਰਸਿੱਧ ਵਕੀਲ ਨੂੰ ਵਾਇਸਰਾਏ ਨੂੰ ਪਟੀਸ਼ਨ ਲਿਖਣ ਲਈ ਕਿਹਾ। ਵਕੀਲ ਨੇ 10,000 ਰੁਪਏ ਮੰਗੇ। ਮਹਾਰਾਣੀ ਨੇ ਕਿਹਾ, ਪ੍ਰਵਾਨ ਹੈ, ਕੰਮ ਹੋ ਜਾਏ ਤਾਂ ਦੇ ਦਿਆਂਗੀ। ਵਕੀਲ ਨੇ ਵਾਇਸਰਾਏ ਨੂੰ ਇੱਕ ਹੀ ਵਾਕ ਲਿਖਿਆ ਕਿ ਉਸ ਰਾਜਕੁਮਾਰ ਦੀ ਮਾਂ ਉਹਨੂੰ ਇੰਗਲੈਂਡ ਨਹੀਂ ਭੇਜਣਾ ਚਾਹੁੰਦੀ, ਸੋ ਬੇਨਤੀ ਹੈ ਕਿ ਉਸ ਨੂੰ ਨਾ ਭੇਜਿਆ ਜਾਵੇ। ਹੁਕਮ ਹੋ ਗਿਆ ਕਿ ਨਹੀਂ ਜਾਏਗਾ। ਜਦੋਂ ਵਕੀਲ ਨੇ ਫੀਸ ਮੰਗੀ ਤਾਂ ਮਹਾਰਾਣੀ ਨੇ ਕਿਹਾ, ਇੱਕ ਹੀ ਵਾਕ ਲਿਖਣ ਦੇ 10,000 ਰੁਪਏ। ਵਕੀਲ ਨੇ ਕਿਹਾ, ਉਹ ਫੀਸ ਇੱਕ ਵਾਕ ਦੀ ਨਹੀਂ, ਮੇਰੇ ਦਸਤਖਤਾਂ ਦੀ ਹੈ। ਵਾਕ ਤਾਂ ਕੋਈ ਵੀ ਲਿਖ ਸਕਦਾ ਹੈ, ਹੁਕਮ ਦਸਤਖਤ ਵੇਖ ਕੇ ਕੀਤੇ ਗਏ ਹਨ। ਧੰਨਵਾਦ। ਜਵਾਨੀ। ਜਿਹੜੇ ਜਵਾਨ ਨਹੀਂ ਰਹਿੰਦੇ ਉਹ ਕਹਿੰਦੇ ਹਨ ਕਿ ਜਵਾਨੀ ਬੜਾ ਸੁਹਾਵਣਾ ਸਮਾਂ ਸੀ, ਪਰ ਯਥਾਰਥ ਇਹ ਹੈ ਕਿ ਜਵਾਨੀ ਵਿੱਚ ਅਨੇਕਾਂ ਮੁਸ਼ਕਿਲਾਂ, ਮੁਸੀਬਤਾਂ ਅਤੇ ਸੰਕਟ ਸਨ। ਪੜ੍ਹਾਈ ਦੀ ਮੁਸ਼ਕਿਲ ਸੀ, ਪਿਆਰ ਦੇ ਤਸੀਹੇ ਸਨ, ਸਫਲਤਾ ਅਸਫਲਤਾ ਦਾ ਤੌਖਲਾ ਸੀ, ਰੁਜ਼ਗਾਰ ਲਈ ਜੱਦੋ-ਜਹਿਦ ਸੀ, ਜੇਬ ਖਾਲੀ ਸੀ, ਪਰ ਕਿਹਾ ਇਹੀ ਜਾਂਦਾ ਹੈ ਕਿ ਜਵਾਨੀ ਬੜਾ ਸੁਹਾਵਣਾ ਸਮਾਂ ਸੀ। ਧੰਨਵਾਦ। ਗੁਲਾਮੀ ਦਾ ਖਾਤਮਾ। ਸੰਸਾਰ ਵਿੱਚ ਗੁਲਾਮੀ ਦੇ ਮੁੱਕਣ ਦਾ ਇੱਕ ਕਾਰਨ ਇਹ ਸੀ ਕਿ ਮਾਲਕਾਂ ਲਈ ਗੁਲਾਮਾਂ ਦੇ ਮੁਕਾਬਲੇ ਨੌਕਰ ਰੱਖਣੇ ਸੌਖੇ ਅਤੇ ਸਸਤੇ ਹੋ ਗਏ ਸਨ। ਗੁਲਾਮ ਤੇ ਉਹਦੇ ਪਰਿਵਾਰ ਦੀ ਦਿਨ ਰਾਤ ਦੀ ਦੇਖਭਾਲ ਤੇ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਮਾਲਕ ਦੀ ਹੁੰਦੀ ਸੀ, ਜਦੋਂ ਕਿ ਮਾਲਕ ਦੀ ਨੌਕਰ ਨੂੰ ਉਜਰਤ ਦੇਣ ਤੋਂ ਇਲਾਵਾ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਧੰਨਵਾਦ। ਅੰਤਰ। ਪ੍ਰੀਖਿਆ ਵਿੱਚ ਪ੍ਰਸ਼ਨ ਸੀ, ਨਿਮਨ ਦਰਜ 2 ਕਥਨਾਂ ਵਿੱਚ ਅੰਤਰ ਦੱਸੋ। ਉਸਨੇ ਆਤਮ ਹੱਤਿਆ ਕੀਤੀ ਅਤੇ ਉਸਨੂੰ ਆਤਮ ਹੱਤਿਆ ਕਰਨੀ ਪਈ। ਇੱਕ ਵਿਦਿਆਰਥੀ ਨੇ ਉੱਤਰ ਲਿਖਿਆ, ਪਹਿਲੀ ਹਾਲਤ ਵਿੱਚ ਉਹਦੇ ਕੁਆਰੇ ਹੋਣ ਦੀ ਸੂਚਨਾ ਹੈ, ਜਦਕਿ ਦੂਜੀ ਹਾਲਤ ਤੋਂ ਉਹਦੇ ਵਿਆਹੇ ਹੋਣ ਦਾ ਪਤਾ ਲੱਗਦਾ ਹੈ। ਧੰਨਵਾਦ। ਭ੍ਰਿਸ਼ਟਾਚਾਰ। ਸੁਤੰਤਰਤਾ ਉਪਰੰਤ ਲੰਮਾ ਅਰਸਾ ਭਾਰਤ ਵਿੱਚ ਇੰਸਪੈਕਟਰ ਰਾਜ ਰਿਹਾ।
ਜਿਸ ਕਾਰਨ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਇਆ। ਇਹ ਉਹ ਸਮਾਂ ਸੀ ਜਦੋਂ ਕਿਸੇ ਵੀ ਰੂਪ ਵਿੱਚ ਬਾਹਰੋਂ ਸੋਨਾ ਲਿਆਉਣਾ ਜੁਰਮ ਸੀ। ਇਸ ਪਾਬੰਦੀ ਕਾਰਨ ਸੋਨੇ ਦੀ ਸਮਗਲਿੰਗ ਆਰੰਭ ਹੋਈ। ਇੱਕ ਪ੍ਰੋਫੈਸਰ ਜਦੋਂ ਵਿਦੇਸ਼ ਤੋਂ ਮੁੜਿਆ ਤਾਂ ਉਸ ਕੋਲ ਪਾਰਕਰ ਦਾ ਇੱਕ ਪੈਨ ਸੀ ਜਿਸ ਦੀ ਨਿੱਬ ਦਾ ਟਿਪ ਸੋਨੇ ਦਾ ਸੀ। ਨਾ ਕੇਵਲ ਪੈਨ ਜ਼ਬਤ ਕੀਤਾ ਗਿਆ, ਸਗੋਂ ਉਸ ਤੋਂ ਮੰਗੀ ਰਿਸ਼ਵਤ ਨਾ ਦੇਣ ਕਾਰਨ ਉਸ 'ਤੇ ਮੁਕੱਦਮਾ ਵੀ ਚਲਾਇਆ ਗਿਆ। ਪ੍ਰੋਫੈਸਰ ਨੂੰ ਦਿੱਲੀ ਦੀ ਅਦਾਲਤ ਵਿੱਚ ਕਈ ਪੇਸ਼ੀਆਂ ਭੁਗਤਣ ਲਈ ਜਾਣਾ ਪਿਆ। ਮੁਕੱਦਮੇ ਤੋਂ ਪ੍ਰੋਫੈਸਰ ਨੂੰ ਨਿਜਾਤ ਦਿਵਾਉਣ ਦੀ ਮਨਸ਼ਾ ਨਾਲ ਜੱਜ ਨੇ ਪੈਨ ਜ਼ਬਤ ਕਰਨ ਵਾਲੇ ਅਧਿਕਾਰੀ ਨੂੰ ਪੈਨ ਵਿਖਾ ਕੇ ਪੁੱਛਿਆ, ਇਹ ਕੀ ਹੈ? ਅਧਿਕਾਰੀ ਨੇ ਕਿਹਾ, ਇਹ ਪੈਨ ਹੈ। ਕੀ ਪੈਨ ਲੈ ਕੇ ਵਿਦੇਸ਼ ਤੋਂ ਆਉਣਾ ਜੁਰਮ ਹੈ? ਨਹੀਂ। ਜੱਜ ਨੇ ਮੁਕੱਦਮਾ ਖਾਰਜ ਕਰ ਦਿੱਤਾ ਤੇ ਅਧਿਕਾਰੀ ਵੱਲੋਂ ਪ੍ਰੋਫੈਸਰ ਨੂੰ ਪਰੇਸ਼ਾਨ ਕਰਨ ਦਾ ਆਪ ਅਫਸੋਸ ਪ੍ਰਗਟਾਇਆ। ਧੰਨਵਾਦ। ਗੱਲਾਂ। ਅਰਬੀ ਭਾਸ਼ਾ ਬੋਲਣ ਵਾਲੇ ਆਮ ਗੱਲਬਾਤ ਵੀ ਇਵੇਂ ਕਰਦੇ ਹਨ ਜਿਵੇਂ ਬਹਿਸ ਕਰ ਰਹੇ ਹੋਣ। ਫਰਾਂਸੀਸੀ ਜਦੋਂ ਬੋਲਦੇ ਹਨ ਇੰਝ ਲੱਗਦਾ ਜਿਵੇਂ ਸੂਖਮ ਧੁਨਾਂ ਵਾਲੀਆਂ ਟੱਲੀਆਂ ਵੱਜ ਰਹੀਆਂ ਹੋਣ। ਜਰਮਨਾਂ ਦੀ ਸਧਾਰਨ ਗੱਲਬਾਤ ਵੀ ਪਰੇਡ ਵਰਗੀ ਹੁੰਦੀ ਹੈ। ਏਸ਼ੀਆਈ ਸਾਰੀਆਂ ਗੱਲਾਂ ਘਰੇਲੂ ਗੱਲਬਾਤ ਵਾਂਗ ਕਰਦੇ ਹਨ। ਤਾਮਿਲ ਤੇਲਗੂ ਵਾਲੇ ਇਵੇਂ ਵਾਹੂਦਾਈ ਬੋਲਦੇ ਹਨ ਜਿਵੇਂ ਬੇਕਾਬੂ ਬੰਦਾ ਬੋਲਦਾ ਹੈ। ਹਿੰਦੀ ਵਾਲੇ ਮੂੰਹ ਵਿੱਚ ਪਾਨ ਰੱਖ ਕੇ ਬੋਲਦੇ ਹਨ। ਸੁਣਨ ਵਾਲਾ ਛਿੱਟੇ ਪੈਣ ਤੋਂ ਬਚਦਾ ਰਹਿੰਦਾ ਹੈ। ਪੰਜਾਬੀ ਉੱਚਾ ਤੇ ਕਰਾਰਾ ਬੋਲਦੇ ਹਨ। ਅਜਨਬੀਆਂ ਨੂੰ ਲੱਗਦਾ ਜਿਵੇਂ ਲੜਾਈ ਲਈ ਵੰਗਾਰ ਰਹੇ ਹੋਣ। ਲਾਤੀਨੀ ਭਾਸ਼ਾ ਵਾਲੇ ਰੰਗੀਨ ਮਿਜਾਜ਼ ਵਾਲੇ ਹੁੰਦੇ ਹਨ। ਸੰਗੀਤ, ਨਾਚ ਤੇ ਇਨਕਲਾਬ ਦੇ ਪਰਵਾਨੇ। ਕਸ਼ਮੀਰੀ ਹਰ ਗੱਲ ਜ਼ੋਰ ਲਾ ਕੇ ਬੋਲਦੇ ਹਨ। ਜਦੋਂ ਆਪਣਾ ਦੇਸ਼ ਜਾਂ ਦੁਨੀਆ ਘੁੰਮੋ, ਭਾਸ਼ਾ ਦੇ ਪੱਖੋਂ ਬੜੀ ਵੰਨ-ਸੁਵੰਨਤਾ ਦਾ ਅਨੁਭਵ ਹੁੰਦਾ ਹੈ। ਜਵਾਨ ਗੱਲਬਾਤ ਕਰਨ ਲੱਗੇ ਇੰਝ ਬੋਲਦੇ ਹਨ ਜਿਵੇਂ ਰੌਲਾ ਪੈ ਰਿਹਾ ਹੋਵੇ। ਕੁੜੀਆਂ ਗੱਲਾਂ ਕਰਦੀਆਂ ਹਨ ਤਾਂ ਬੋਲਦੀਆਂ ਘੱਟ ਹਨ ਪਰ ਹੱਸਦੀਆਂ ਵਧੇਰੇ ਹਨ। ਧੰਨਵਾਦ। ਨਾ ਬਰਾਬਰੀ। ਜ਼ਮੀਨ ਜਾਇਦਾਦ ਦੀ ਖਿੱਚ ਇਸ ਦੇ ਬਰਾਬਰ ਨਾ ਹੋਣ ਵਿੱਚ ਹੁੰਦੀ ਹੈ। ਜੇ ਹਰ ਕਿਸੇ ਕੋਲ ਬਰਾਬਰ ਜ਼ਮੀਨ ਜਾਇਦਾਦ ਹੋਵੇ ਤਾਂ ਲੋਕ ਹੋਰ ਢੰਗਾਂ ਨਾਲ ਨਾ ਬਰਾਬਰੀ ਉਪਜਾ ਲੈਣਗੇ। ਕੋਈ ਫੁੱਲ ਲਾ ਕੇ, ਕੋਈ ਫਲਦਾਰ ਬੂਟੇ ਲਾ ਕੇ, ਕੋਈ ਚੰਗੀ ਵਾੜ ਲਾ ਕੇ। ਮਨੁੱਖ ਬਰਾਬਰ ਨਹੀਂ ਹੋਣਾ ਚਾਹੁੰਦਾ। ਮਨੁੱਖ ਦਾ ਸਾਰਾ ਯਤਨ ਨਾ ਬਰਾਬਰ ਹੋਣ ਲਈ ਹੁੰਦਾ ਹੈ। ਧੰਨਵਾਦ। ਚੋਰੀ। ਇੱਕ ਵਾਰੀ ਸਵਾਮੀ ਰਾਮ ਤੀਰਥ ਦਾ ਕੰਬਲ ਚੋਰੀ ਹੋ ਗਿਆ। ਸਾਰੀ ਭੀੜ ਸਵਾਮੀ ਜੀ ਨਾਲ ਲੱਗਦੇ ਥਾਣੇ ਵਿੱਚ ਰਿਪੋਰਟ ਲਿਖਵਾਉਣ ਪਹੁੰਚ ਗਈ। ਸਵਾਮੀ ਜੀ ਨੇ ਰਿਪੋਰਟ ਲਿਖਵਾਈ ਕਿ ਮੇਰਾ ਗਦੈਲਾ, ਮੇਰੀ ਰਜਾਈ, ਮੇਰਾ ਕੋਟ, ਬਿਸਤਰਾ, ਛਤਰੀ, ਪਜਾਮਾ, ਕੰਬਲ ਸਭ ਕੁਝ ਚੋਰੀ ਹੋ ਗਿਆ। ਚੋਰ ਨੇ ਸਵਾਮੀ ਜੀ ਨੂੰ ਮੰਗਤਾ ਸਮਝ ਕੇ ਉਹਨਾਂ ਦਾ ਨਵਾਂ ਕੰਬਲ ਚੁੱਕ ਲਿਆ ਸੀ। ਭੀੜ ਵਿੱਚ ਖਲੋਤਾ ਚੋਰ ਵੀ ਸੁਣ ਰਿਹਾ ਸੀ। ਉਹਨੇ ਥੈਲੇ ਵਿੱਚੋਂ ਕੱਢ ਕੇ ਕੰਬਲ ਵਗਾ ਕੇ ਮਾਰਿਆ ਤੇ ਕਿਹਾ, ਇਹ ਕੰਬਲ ਹੀ ਸੀ ਇਸ ਕੋਲ, ਐਵੇਂ ਹੋਰ ਚੀਜ਼ਾਂ ਦੇ ਨਾਂ ਲਈ ਜਾ ਰਿਹਾ। ਥਾਣੇਦਾਰ ਨੇ ਸਵਾਮੀ ਜੀ ਨੂੰ ਝੂਠੀ ਰਿਪੋਰਟ ਲਿਖਵਾਉਣ ਦਾ ਕਾਰਨ ਪੁੱਛਿਆ ਤਾਂ ਸਵਾਮੀ ਜੀ ਨੇ ਕਿਹਾ, ਮੇਰਾ ਕੰਬਲ ਮੇਰੇ ਲਈ ਸਭ ਕੁਝ ਸੀ। ਸਵਾਮੀ ਜੀ ਨੇ ਸਭ ਦੇ ਸਾਹਮਣੇ ਕੰਬਲ ਦੀ ਗਦੈਲੇ, ਰਜਾਈ, ਕੋਟ, ਬਿਸਤਰੇ, ਪਜਾਮੇ ਆਦਿ ਸਭ ਪ੍ਰਕਾਰ ਦੀ ਵਰਤੋਂ ਕਰਕੇ ਵਿਖਾ ਦਿੱਤੀ। ਧੰਨਵਾਦ। ਕਲਾ ਤੇ ਕਲਾਕਾਰ। ਖੁਸ਼ਹਾਲੀ ਦਾ ਸੰਬੰਧ ਕਲਾ ਤੇ ਵਿਕਾਸ ਨਾਲ ਹੁੰਦਾ ਹੈ। ਯੂਰਪ ਵਿੱਚ ਕਲਾਕਾਰ ਦੀ ਪਹਿਲੀ ਪਸੰਦ ਤੇ ਵਫਾਦਾਰੀ ਕਲਾ ਪ੍ਰਤੀ ਹੁੰਦੀ ਹੈ। ਕੋਈ ਰੰਗਮੰਚ ਨਾਲ, ਕੋਈ ਚਿੱਤਰਕਲਾ ਨਾਲ, ਕੋਈ ਸੰਗੀਤ ਅਤੇ ਕੋਈ ਫਿਲਮ ਨਾਲ ਜੁੜਿਆ ਹੁੰਦਾ ਹੈ। ਜੇ ਕੁਝ ਚਿਰ ਵਾਸਤੇ ਕਲਾਕਾਰਾਂ ਦਾ ਗੁਜ਼ਾਰਾ ਨਹੀਂ ਹੁੰਦਾ ਤਾਂ ਉਹ ਮਜਬੂਰੀ ਵਸ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਅਧਿਆਪਨ ਕਰਨ ਲੱਗ ਪੈਂਦੇ ਹਨ। ਅਜਿਹੀ ਮਜਬੂਰੀ ਕਦੇ ਨਾ ਕਦੇ ਹਰੇਕ ਕਲਾਕਾਰ ਨੂੰ ਹੁੰਦੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਨਵੇਂ ਅਨੁਭਵ ਮਿਲਦੇ ਹਨ, ਪਰ ਕੁੱਲ ਮਿਲਾ ਕੇ ਕਲਾਕਾਰਾਂ ਨੂੰ ਅਧਿਆਪਨ ਬੜਾ ਅਕਾਊ ਲੱਗਦਾ ਹੈ ਕਿਉਂਕਿ ਇਸ ਪਾਸੇ ਉਹ ਗੁਜ਼ਾਰੇ ਲਈ ਆਏ ਹੁੰਦੇ ਹਨ ਅਤੇ ਇਸ ਨਵੇਂ ਕੰਮ ਵਿੱਚ ਉਹਨਾਂ ਨੂੰ ਆਪਣਾ ਮਨ ਨਵੇਂ ਸਿਰਿਓਂ ਸਾਧਣ ਦੀ ਘਾਲਣਾ ਕਰਨੀ ਪੈਂਦੀ ਹੈ। ਕਲਾ ਦੇ ਖੇਤਰ ਵਿੱਚ ਉਹਨਾਂ ਦਾ ਮੁੱਖ ਉਦੇਸ਼ ਨੇਮ ਤੋੜਨਾ, ਪਰੰਪਰਾ ਨੂੰ ਉਲੰਘਣਾ
ਤੇ ਸਮਾਜਿਕ ਬੰਧਨਾਂ ਨੂੰ ਰੱਦ ਕਰਨਾ ਹੁੰਦਾ ਹੈ। ਪਰ ਅਧਿਆਪਨ ਕਰਦਿਆਂ ਉਹਨਾਂ ਨੂੰ ਸਖਤ ਅਨੁਸ਼ਾਸਨ ਵਿੱਚ ਰਹਿਣ ਦੀ ਮਜਬੂਰੀ ਹੁੰਦੀ ਹੈ, ਜਿਸ ਕਾਰਨ ਉਹ ਦੋ ਪੁੜਾਂ ਵਿੱਚ ਪਿਸ ਰਹੇ ਮਹਿਸੂਸ ਕਰਦੇ ਹਨ। ਧੰਨਵਾਦ। ਅਜੀਬ ਵਿਹਾਰ। ਫਿਲਾਸਫਰਾਂ ਦਾ ਵਿਹਾਰ ਅਜੀਬ ਹੋਣ ਕਰਕੇ ਇਸਤਰੀਆਂ ਪ੍ਰਸੰਨ ਹੋ ਕੇ ਉਹਨਾਂ ਨਾਲ ਨਹੀਂ ਰਹਿੰਦੀਆਂ। ਅਕਸਰ ਉਹਨਾਂ ਦੀ ਪ੍ਰਸਿੱਧੀ ਕਾਰਨ ਉਹਨਾਂ ਦੇ ਨੇੜੇ ਹੁੰਦੀਆਂ ਹਨ। ਅਸਤਿਤਵਵਾਦੀ ਫਲਸਫੇ ਦਾ ਬਾਨੀ ਕਿਰਕੇਗਾਰਡ ਬੜਾ ਉਦਾਸ ਵਿਅਕਤੀ ਸੀ। 15 ਸਾਲਾਂ ਦੀ ਲੜਕੀ ਚੰਗੀ ਲੱਗੀ, 2 ਸਾਲ ਉਡੀਕਿਆ, ਵਿਆਹ ਦੀ ਉਮਰ ਹੋਣ 'ਤੇ ਵਿਆਹ ਦੀ ਪੇਸ਼ਕਸ਼ ਕੀਤੀ। ਲੜਕੀ ਨੇ ਕਿਹਾ, ਮੈਂ ਆਪਣੇ ਇੱਕ ਅਧਿਆਪਕ ਨੂੰ ਪਿਆਰ ਕਰਦੀ ਹਾਂ। ਕਿਰਕੇਗਾਰਡ ਨੇ ਕਿਹਾ, ਮੈਂ ਉਸ ਤੋਂ ਬਿਹਤਰ ਹਾਂ, ਪਰ ਹਾਂ ਨਾ ਹੋਈ। ਉਸਨੇ ਹਮੇਸ਼ਾ ਲਈ ਉਦਾਸੀ ਪਹਿਨ ਲਈ। ਲੜਕੀ ਦੇ ਪਿਤਾ ਨੂੰ ਮਿਲਿਆ। ਪਿਤਾ ਨੇ ਹਾਂ ਨਾ ਕਹੀ, ਪਰ ਉਸ ਨੂੰ ਆਪਣੀ ਧੀ ਨਾਲ ਮਿਲਣ ਦੀ ਆਗਿਆ ਦੇ ਦਿੱਤੀ। ਜਦੋਂ ਕਿਰਕੇਗਾਰਡ ਨੇ ਵਿਆਹ ਦੀ ਪੇਸ਼ਕਸ਼ ਦੁਹਰਾਈ ਤਾਂ ਲੜਕੀ ਨੇ ਹਾਂ ਕਰ ਦਿੱਤੀ। ਪ੍ਰਸੰਨ ਹੋਣ ਦੀ ਥਾਂ ਉਹ ਅੰਤਾਂ ਦੀ ਨਿਰਾਸ਼ਤਾ ਵਿੱਚ ਡੁੱਬ ਗਿਆ। ਸਾਲ ਮਗਰੋਂ ਇੱਕ ਪੱਤਰ ਰਾਹੀਂ ਮੰਗਣੀ ਤੋੜ ਦਿੱਤੀ ਤੇ ਜਸ਼ਨ ਮਨਾਇਆ। ਕਈ ਮਹੀਨੇ ਬਦਮਾਸ਼ਾਂ ਵਾਲਾ ਵਿਹਾਰ ਕਰਦਾ ਰਿਹਾ ਤਾਂ ਕਿ ਲੜਕੀ ਵੀ ਮੰਗਣੀ ਤੋੜ ਦੇਵੇ। ਆਖਰ ਲੜਕੀ ਨੇ ਅਧਿਆਪਕ ਨਾਲ ਵਿਆਹ ਕਰਵਾ ਲਿਆ, ਪਰ ਕਿਰਕੇਗਾਰਡ ਉਸ ਨਾਲ ਆਪਣੇ ਬਦਮਾਸ਼ੀ ਵਾਲੇ ਵਿਹਾਰ ਕਾਰਨ ਸਾਰਾ ਜੀਵਨ ਪਛਤਾਉਂਦਾ ਰਿਹਾ। ਆਪਣੀ ਵਸੀਅਤ ਵਿੱਚ ਉਹਨੇ ਸਭ ਕੁਝ ਆਪਣੀ ਇਸ ਰਹੀ ਮੰਗੇਤਰ ਦੇ ਨਾਂ ਕਰ ਦਿੱਤਾ, ਪਰ ਮੰਗੇਤਰ ਦੇ ਪਤੀ ਨੇ ਇਸ ਵਸੀਅਤ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਹ ਹੋਰ ਉਦਾਸ ਹੋਇਆ ਤੇ ਘੋਰ ਉਦਾਸੀ ਵਿੱਚ ਮਰ ਗਿਆ। ਧੰਨਵਾਦ। ਮਹੱਤਵਪੂਰਨ। ਇੱਕ ਇਸਤਰੀ ਦੀਆਂ 2 ਧੀਆਂ ਸਨ। ਤੀਜਾ ਬੱਚਾ ਹੋਣਾ ਸੀ। ਪਤੀ ਨੇ ਕਿਹਾ, ਜੇ ਧੀ ਹੋਈ ਤਾਂ ਘਰ ਨਾ ਆਈ। ਤੀਜੀ ਲੜਕੀ ਹੋਈ। ਭਰਾ ਦੇ ਘਰ ਚਲੀ ਗਈ। ਭਰਾ ਦੇ ਘਰ ਉਹਨੇ 3 ਦਿਨਾਂ ਦੀ ਧੀ ਨੂੰ ਬਿਨਾਂ ਕਿਸੇ ਕੱਪੜੇ ਦੇ ਦਸੰਬਰ ਦੀ ਠੰਡ ਵਿੱਚ ਵਿਹੜੇ 'ਚ ਪਾ ਦਿੱਤਾ। 3 ਦਿਨ ਪਾਉਂਦੀ ਰਹੀ, ਨਹੀਂ ਮਰੀ। ਮਾਂ ਨੇ ਸੋਚਿਆ ਕਿ ਜੇ ਇਹ ਇੰਨੀ ਸਖਤ ਅਤੇ ਜ਼ਾਲਮ ਸਰਦੀ ਨਾਲ ਲੜ ਸਕਦੀ ਹੈ ਤਾਂ ਮੈਂ ਇਸ ਲਈ ਕਿਉਂ ਨਹੀਂ ਲੜ ਸਕਦੀ। ਉਸ ਘੜੀ ਤੋਂ ਉਸ ਲਈ ਪਤੀ ਨਹੀਂ, ਧੀਆਂ ਮਹੱਤਵਪੂਰਨ ਹੋ ਗਈਆਂ ਤੇ ਉਹ ਆਪ ਉਹਨਾਂ ਦੀ ਪਿਤਾ ਬਣ ਗਈ। ਧੰਨਵਾਦ। ਲੋੜ। ਇੱਕ ਵਿਅਕਤੀ ਨੂੰ ਬੜੀ ਸ਼ਿੱਦਤ ਨਾਲ ਪੈਸੇ ਚਾਹੀਦੇ ਸਨ। ਮਜਬੂਰ ਹੋ ਕੇ ਉਹਨੇ 200 ਰੁਪਏ ਵਿੱਚ ਆਪਣਾ ਪਿਆਰਾ ਕੁੱਤਾ ਵੇਚ ਦਿੱਤਾ। ਜਦੋਂ ਸੰਕਟ ਲੰਘ ਗਿਆ ਤਾਂ ਉਹ 200 ਰੁਪਏ ਨਾਲ ਆਪਣਾ ਕੁੱਤਾ ਵਾਪਸ ਲੈਣ ਗਿਆ। ਨਵੇਂ ਮਾਲਕ ਨੇ ਕਿਹਾ, 2000 ਰੁਪਏ ਲਵਾਂਗਾ। ਪੁਰਾਣੇ ਮਾਲਕ ਨੇ ਕਿਹਾ, ਮੈਂ ਤਾਂ 200 ਦਾ ਵੇਚਿਆ ਸੀ। ਨਵੇਂ ਮਾਲਕ ਨੇ ਕਿਹਾ, ਹਾਂ, ਤੈਨੂੰ 200 ਦੀ ਲੋੜ ਸੀ, ਮੈਨੂੰ 2000 ਦੀ ਲੋੜ ਹੈ। ਮਹੱਤਵਪੂਰਨ ਪੈਸਾ ਨਹੀਂ ਹੁੰਦਾ, ਲੋੜ ਹੁੰਦੀ ਹੈ। ਧੰਨਵਾਦ। ਮੁਰਦਾ। ਪਹਾੜ ਉੱਤੇ ਚੜ੍ਹਨ ਦੌਰਾਨ ਉਹ ਡਿੱਗ ਪਿਆ ਸੀ। ਕੋਈ ਦਰਦ ਨਹੀਂ ਸੀ, ਉਹ ਬੇਹੋਸ਼ ਸੀ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਮਰ ਗਿਆ ਸੀ ਕਿ ਜਿਉਂਦਾ ਸੀ। ਉਹ ਆਪਣੇ ਆਪ ਨੂੰ ਮਰ ਗਿਆ ਸਮਝ ਰਿਹਾ ਸੀ। ਜਦੋਂ ਲੱਤ ਵਿੱਚ ਦਰਦ ਹੋਈ ਤਾਂ ਉਹਨੂੰ ਆਪਣੇ ਜਿਉਂਦੇ ਹੋਣ ਦਾ ਅਹਿਸਾਸ ਹੋਇਆ ਸੀ। ਜੀਵਨ ਦੀ ਬੁਝਦੀ ਜਾਂਦੀ ਅੱਗ ਉਹਨੇ ਮੁੜ ਮਗਾ ਲਈ ਸੀ। ਉਹਨੇ ਆਪਣੇ ਆਪ ਨੂੰ ਮੋਇਆਂ ਦੀ ਦੁਨੀਆ ਵਿੱਚੋਂ ਜਿਉਂਦਿਆਂ ਦੇ ਸੰਸਾਰ 'ਚ ਲੈ ਆਂਦਾ ਸੀ। ਨਿਰਸੰਦੇਹ ਕਈ ਵਾਰ ਮੁਰਦੇ ਵੀ ਜਿਉਂਦੇ ਹੋ ਜਾਂਦੇ ਹਨ। ਧੰਨਵਾਦ। ਯਤਨ ਕਰਦੇ ਰਹੋ। ਇੱਕ ਵਿਅਕਤੀ ਨੇ ਫਿਲਮ ਦੀ ਕਹਾਣੀ ਲਿਖੀ ਜਿਸ 'ਤੇ ਉਹ ਫਿਲਮ ਬਣਾਉਣੀ ਚਾਹੁੰਦਾ ਸੀ, ਜਿਸ ਵਿੱਚ ਉਹ ਆਪ ਹੀਰੋ ਬਣਨਾ ਚਾਹੁੰਦਾ ਸੀ। ਫਿਲਮ ਨਿਰਮਾਤਾ ਫਿਲਮ ਬਣਾਉਣ ਲਈ ਤਾਂ ਤਿਆਰ ਸਨ, ਪਰ ਉਸ ਨੂੰ ਹੀਰੋ ਬਣਾਉਣ ਤੋਂ ਇਨਕਾਰੀ ਸਨ। ਹੀਰੋ ਬਣਨ ਦੇ ਯਤਨ ਵਿੱਚ ਘਰ, ਸਮਾਨ ਆਦਿ ਸਭ ਕੁਝ ਵੇਚ ਦਿੱਤਾ। ਜਦੋਂ ਉਹਦੇ ਹੀਰੋ ਬਣਨ ਦੀ ਸੰਭਾਵਨਾ ਨਾ ਰਹੀ ਤਾਂ ਉਹਨੇ ਫਿਲਮ ਦਾ ਖਿਆਲ ਛੱਡ ਦਿੱਤਾ। ਕੁਝ ਅਰਸੇ ਮਗਰੋਂ ਇੱਕ ਵਾਰੀ ਉਹ ਟੈਲੀਵਿਜ਼ਨ 'ਤੇ ਬਾਕਸਿੰਗ ਦਾ ਇੱਕ ਮੈਚ ਵੇਖ ਰਿਹਾ ਸੀ। ਇੱਕ ਮੁੱਕੇਬਾਜ਼ ਡਿੱਗ ਕੇ ਮੁੜ ਮੁੱਕੇ ਖਾਣ ਲਈ ਤਿਆਰ ਹੋ ਜਾਂਦਾ ਸੀ। ਉਹਦਾ ਮੁੜ ਉੱਠ ਕੇ ਮੁੱਕੇ ਖਾਣਾ ਉਸ ਹੀਰੋ ਨੂੰ ਹੈਰਾਨ ਕਰ ਰਿਹਾ ਸੀ। ਇਸ ਤੋਂ ਉਹਨੇ ਹੌਸਲਾ ਮਿਲਿਆ। ਉਹਨੇ ਕੁਝ
1000 ਦੀ ਰਕਮ ਨਾਲ ਭਾਈਵਾਲੀ ਕਰਕੇ ਫਿਲਮ ਵਿੱਚ ਹੀਰੋ ਦੀ ਅਦਾਕਾਰੀ ਕੀਤੀ। ਫਿਲਮ ਬਣੀ, ਚੱਲੀ, ਪ੍ਰਸ਼ੰਸਾ ਹੋਈ। ਉਹਨੇ ਕਈ ਫਿਲਮਾਂ ਬਣਾਈਆਂ। ਉਹ ਕਿਹਾ ਕਰਦਾ ਸੀ, ਜੋ ਪਹਿਲੇ ਯਤਨ ਵਿੱਚ ਸਫਲ ਨਾ ਹੋਵੇ ਤਾਂ ਦੂਜਾ ਯਤਨ ਜ਼ਰੂਰ ਕਰੋ। ਸਵੈ ਵਿਕਾਸ। ਛੋਟੇ ਰਸਤੇ ਤੋਂ ਚੱਲ ਕੇ ਕੋਈ ਮੰਜ਼ਿਲ 'ਤੇ ਨਹੀਂ ਪਹੁੰਚਦਾ। ਗਮਲਿਆਂ ਵਿੱਚ ਦਰਖਤ ਨਹੀਂ ਲੱਗਦੇ। ਕਈ ਪੁਸਤਕਾਂ ਪ੍ਰਭਾਵਸ਼ਾਲੀ ਅਤੇ ਚੰਗੇਰੇ ਬਣਨ ਦੇ ਨੁਸਖੇ ਦੱਸਦੀਆਂ ਹਨ। ਇਹਨਾਂ ਨੂੰ ਪੜ੍ਹ ਕੇ ਨਾ ਕੋਈ ਚੰਗਾ ਬਣਦਾ ਨਾ ਪ੍ਰਭਾਵਸ਼ਾਲੀ, ਕਿਉਂਕਿ ਕੁਝ ਬਣਨ ਲਈ ਲੰਮਾ ਯਤਨ ਅਤੇ ਕਰੜਾ ਅਭਿਆਸ ਜ਼ਰੂਰੀ ਹੁੰਦਾ ਹੈ। ਕਈ ਇਸਤਰੀਆਂ ਗਹਿਣੇ ਪਾ ਕੇ ਸੋਹਣੇ ਬਣਨ ਦਾ ਯਤਨ ਕਰਦੀਆਂ ਹਨ, ਪਰ ਕੋਝੀਆਂ ਲੱਗਦੀਆਂ ਹਨ, ਕਿਉਂਕਿ ਸਲੀਕਾ ਅਤੇ ਸੋਝ ਨਹੀਂ ਹੁੰਦਾ। ਕਈ ਪੁਸਤਕਾਂ ਨਵੇਂ ਪਕਵਾਨ ਬਣਾਉਣ ਵਾਸਤੇ ਦੱਸਦੀਆਂ ਹਨ, ਪਰ ਉਹ ਪਕਵਾਨ ਬਣਦੇ ਹੀ ਨਹੀਂ, ਕਿਉਂਕਿ ਬਣਾਉਣ ਦੀ ਸਿਖਲਾਈ ਜਾਂ ਆਦਤ ਨਹੀਂ ਹੁੰਦੀ। ਜਿਨ੍ਹਾਂ ਵਿੱਚ ਵਿਕਾਸ ਦੀ ਕੋਈ ਸੰਭਾਵਨਾ ਨਹੀਂ ਹੁੰਦੀ, ਉਹੀ ਸਵੈ ਵਿਕਾਸ ਦੇ ਫਾਰਮੂਲਿਆਂ ਵਾਲੀਆਂ ਪੁਸਤਕਾਂ ਪੜ੍ਹਦੇ ਹਨ। ਸਵੈ ਵਿਕਾਸ ਇੱਕ ਲੰਮੀ ਪ੍ਰਕਿਰਿਆ ਹੈ। ਨਿਕੰਮਾ ਸਫੈਦਾ 3 ਸਾਲਾਂ ਵਿੱਚ ਉੱਚਾ ਹੋ ਜਾਂਦਾ ਹੈ। ਟਾਹਲੀ ਦੇ ਦਰਖਤ ਨੂੰ 40 ਸਾਲ ਲੱਗਦੇ ਹਨ। ਧੰਨਵਾਦ। ਅਸਲ ਖੁਸ਼ੀ। ਇੱਕ ਵਾਰੀ 100 ਵਿਅਕਤੀਆਂ ਦੇ ਇਕੱਠ ਵਿੱਚ ਇੱਕ ਪ੍ਰਯੋਗ ਵਾਸਤੇ ਹਰੇਕ ਨੂੰ ਹਵਾ ਦਾ ਭਰਿਆ ਗੁਬਾਰਾ ਦਿੱਤਾ ਗਿਆ, ਜਿਸ 'ਤੇ ਹਰੇਕ ਨੇ ਆਪਣਾ ਨਾਂ ਲਿਖਣਾ ਸੀ। ਨਾਂ ਵਾਲੇ ਸਾਰੇ ਗੁਬਾਰੇ ਦੂਜੇ ਕਮਰੇ 'ਚ ਰੱਖੇ ਗਏ ਅਤੇ ਸਾਰਿਆਂ ਨੂੰ 5 ਮਿੰਟ ਵਿੱਚ ਆਪਣੇ ਨਾਂ ਵਾਲਾ ਗੁਬਾਰਾ ਲੱਭਣ ਲਈ ਕਿਹਾ ਗਿਆ। ਕੋਸ਼ਿਸ਼ ਦੇ ਬਾਵਜੂਦ ਕੋਈ ਨਾ ਲੱਭ ਸਕਿਆ। ਫਿਰ ਕਿਹਾ ਗਿਆ, ਜਾਓ, ਜਿਹੜਾ ਗੁਬਾਰਾ ਮਿਲਦਾ ਹੈ ਲਿਆਓ। ਜਿਸ ਦਾ ਨਾਂ ਲਿਖਿਆ ਹੈ ਉਸ ਦਾ ਨਾਂ ਬੋਲੋ, ਆ ਕੇ ਲੈ ਲਵੇ। 3 ਮਿੰਟ ਵਿੱਚ ਹੀ ਸਾਰਿਆਂ ਨੂੰ ਆਪਣਾ ਆਪਣਾ ਗੁਬਾਰਾ ਲੈ ਕੇ ਖੁਸ਼ੀ ਹੋਈ। ਪਹਿਲੇ ਯਤਨ ਵਿੱਚ ਸਾਰੇ ਆਪਣੇ ਲਈ ਖੁਸ਼ੀ ਲੱਭ ਰਹੇ ਸਨ। ਦੂਜੇ ਯਤਨ ਵਿੱਚ ਹਰ ਕੋਈ ਕਿਸੇ ਦੂਜੇ ਨੂੰ ਖੁਸ਼ ਕਰ ਰਿਹਾ ਸੀ। ਸਾਰੇ ਸਫਲ ਹੋ ਰਹੇ ਸਨ। ਧੰਨਵਾਦ। ਹਰਮਨ ਪਿਆਰਾ। ਬੱਚਾ ਬਿਮਾਰ ਸੀ। ਮਾਂ ਨੇ ਡਾਕਟਰ ਨੂੰ ਬੁਲਾਇਆ। ਡਾਕਟਰ ਬੱਚੇ ਦੀ ਦੇਖਭਾਲ ਕਰ ਰਿਹਾ ਸੀ। ਹੋਰ ਵੀ ਬੱਚੇ ਸਨ, ਸਕੂਲ ਜਾਣ ਲਈ ਤਿਆਰ ਸਨ। ਧੀ ਨੇ ਮਾਂ ਨੂੰ ਪੁੱਛਿਆ, ਮੇਰੀ ਕਲਿੱਪ ਕਿੱਥੇ ਹਨ? ਮਾਂ ਨੇ ਕਿਹਾ, ਡਰੈਸਿੰਗ ਟੇਬਲ ਦੇ ਸ਼ੀਸ਼ੇ ਅੱਗੇ ਪਏ ਹਨ। ਪੁੱਤਰ ਨੇ ਪੁੱਛਿਆ, ਮੇਰੀ ਪੈਨਸਿਲ ਕਿੱਥੇ ਹੈ? ਖਾਣੇ ਦੇ ਮੇਜ਼ 'ਤੇ ਘੜ ਕੇ ਰੱਖੀ ਹੈ। ਮੇਰੀ ਕਿਤਾਬ ਕਿੱਥੇ ਹੈ? ਸਿਰਹਾਣੇ 'ਤੇ ਤੂੰ ਭੁੱਲ ਗਈ ਸੀ। ਅੱਜ ਮੇਰਾ ਫੁੱਟਬਾਲ ਦਾ ਮੈਚ ਹੈ। ਹਾਂ, ਵਾਧੂ ਸੈਂਡਵਿਚ ਤੇਰੇ ਡੱਬੇ 'ਚ ਪਾ ਦਿੱਤਾ ਹੈ। ਡਾਕਟਰ ਨੇ ਵੇਖਿਆ, ਉਹ ਬੜੀ ਸੌਖ ਨਾਲ ਸਭ ਦੀਆਂ ਸਮੱਸਿਆਵਾਂ ਹੱਲ ਕਰ ਰਹੀ ਸੀ। ਉਸਨੇ ਪੁੱਛਿਆ, ਤੁਹਾਡਾ ਹਰਮਨ ਪਿਆਰਾ ਬੱਚਾ ਕਿਹੜਾ ਹੈ? ਮਾਂ ਨੇ ਮੁਸਕਰਾ ਕੇ ਕਿਹਾ, ਜਿਸ ਨੂੰ ਮੇਰੀ ਸਭ ਤੋਂ ਵਧੇਰੇ ਲੋੜ ਹੋਵੇ ਉਹ ਮੇਰਾ ਹਰਮਨ ਪਿਆਰਾ ਬੱਚਾ ਬਣ ਜਾਂਦਾ ਹੈ। ਜਿਹੜਾ ਬਿਮਾਰ ਹੋਵੇ, ਉਦਾਸ ਹੋਵੇ, ਇਕੱਲਾ ਹੋਵੇ, ਉਹ ਮੇਰਾ ਹਰਮਨ ਪਿਆਰਾ ਬੱਚਾ ਬਣ ਜਾਂਦਾ ਹੈ। ਧੰਨਵਾਦ। ਪਰਮਾਤਮਾ ਤੇ ਵਿਗਿਆਨੀ। ਇੱਕ ਵਾਰੀ ਵਿਗਿਆਨੀਆਂ ਨੇ ਪਰਮਾਤਮਾ ਕੋਲ ਜਾ ਕੇ ਕਿਹਾ, ਹੇ ਪਰਮਾਤਮਾ, ਹੁਣ ਸਾਨੂੰ ਤੇਰੀ ਲੋੜ ਨਹੀਂ, ਅਸੀਂ ਸਭ ਕੁਝ ਕਰ ਸਕਦੇ ਹਾਂ। ਪਰਮਾਤਮਾ ਨੇ ਪਰਮਾਤਮੀ ਮੁਸਕਰਾਹਟ ਨਾਲ ਪੁੱਛਿਆ, ਅੱਛਾ, ਕਿਵੇਂ? ਹੁਣ ਅਸੀਂ ਮਿੱਟੀ ਗੁੰਨ ਕੇ ਪਰਮਾਤਮਾ ਵੀ ਬਣਾ ਸਕਦੇ ਹਾਂ। ਪਰਮਾਤਮਾ ਨੇ ਮੁਸਕਰਾ ਕੇ ਕਿਹਾ, ਤੁਸੀਂ ਬੜੀਆਂ ਦਿਲਚਸਪ ਗੱਲਾਂ ਕਰਦੇ ਹੋ, ਬਣਾ ਕੇ ਵਿਖਾਓ। ਵਿਗਿਆਨੀਆਂ ਨੇ ਮਿੱਟੀ ਗੁੰਨਣੀ ਆਰੰਭ ਕੀਤੀ ਤਾਂ ਪਰਮਾਤਮਾ ਨੇ ਕਿਹਾ, ਆਪਣੀ ਮਿੱਟੀ ਨਾਲ ਬਣਾਓ। ਧੰਨਵਾਦ। ਰੱਬ। ਰੋਮ ਤੇ ਯੂਨਾਨ ਦੇ ਰਾਜੇ ਬਾਦਸ਼ਾਹ ਆਪਣੇ ਆਪ ਨੂੰ ਦੇਵਤੇ ਦੱਸਦੇ ਸਨ ਅਤੇ ਉਹਨਾਂ ਦੀ ਪੂਜਾ ਹੁੰਦੀ ਸੀ। ਇਵੇਂ ਯੂਨਾਨ ਜਾਂ ਰੋਮ ਵਿੱਚ ਹੀ ਨਹੀਂ, ਕਈ ਦੇਸ਼ਾਂ ਵਿੱਚ ਵਾਪਰਦਾ ਰਿਹਾ ਹੈ। ਨੀਰੋ ਕਿਹਾ ਕਰਦਾ ਸੀ, ਮੈਂ ਰੱਬ ਹਾਂ, ਮੇਰੀ ਪੂਜਾ ਕਰੋ। ਲੋਕ ਮੰਨਦੇ ਨਹੀਂ ਸਨ। ਨੀਰੋ ਅਤਿਆਚਾਰ ਕਰਦਾ ਸੀ, ਅਤਿਆਚਾਰਾਂ ਕਰਕੇ ਬਦਨਾਮ ਸੀ। ਜਦੋਂ ਮਰ ਗਿਆ ਤਾਂ ਲੋਕ ਹੈਰਾਨ ਸਨ ਕਿ ਰੱਬ ਮਰ ਗਿਆ ਹੈ। ਉਹਦੇ ਮਰਨ ਤੋਂ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਉਹ ਰੱਬ ਨਹੀਂ ਸੀ। ਧੰਨਵਾਦ। ਵਿਉਂਤਾਂ। ਇੱਕ ਵਿਅਕਤੀ ਆਪਣੇ ਘਰ ਦੇ ਬਰਾਮਦੇ ਵਿੱਚ ਧੁੱਪ ਵਿੱਚ ਬੈਠਾ ਚਾਹ ਪੀ ਰਿਹਾ ਸੀ।
ਉਹਦਾ ਧਿਆਨ ਇੱਕ ਕੀੜੀ 'ਤੇ ਪਿਆ ਜਿਹੜੀ ਆਪਣੇ ਆਕਾਰ ਨਾਲੋਂ ਕਈ ਗੁਣਾ ਵੱਡਾ ਸੁੱਕਾ ਪੱਤਾ ਖਿੱਚ ਕੇ ਫਰਸ਼ ਦੇ ਜੋੜ ਵਾਲੀ ਤਰੇੜ ਵੱਲ ਲਿਆ ਰਹੀ ਸੀ। ਖਿੱਚ ਕੇ ਲਿਆਂਦਾ ਪੱਤਾ ਉਹਨੇ ਧੱਕ ਕੇ ਤਰੇੜ 'ਤੇ ਰੱਖ ਦਿੱਤਾ ਅਤੇ ਲੰਘ ਕੇ ਦੂਜੇ ਪਾਸੇ ਚਲੀ ਗਈ। ਦੂਜੇ ਪਾਸੇ ਜਾ ਕੇ ਫਿਰ ਪੱਤੇ ਨੂੰ ਥੋੜ੍ਹੀ ਦੂਰ ਕੰਧ ਵੱਲ ਖਿੱਚਣ ਲੱਗ ਪਈ। ਕੰਧ ਦੇ ਨਾਲ ਇੱਕ ਮੋਰੀ ਸੀ ਜਿਹੜੀ ਉਸਦੀ ਰਿਹਾਇਸ਼ ਦਾ ਪ੍ਰਵੇਸ਼ ਦੁਆਰ ਸੀ। ਉੱਥੇ ਪਹੁੰਚ ਕੇ ਕੀੜੀ ਨੇ ਮਹਿਸੂਸ ਕੀਤਾ ਕਿ ਉਹ ਪੱਤੇ ਨੂੰ ਮੋਰੀ ਵਿੱਚ ਨਹੀਂ ਲੈ ਜਾ ਸਕਦੀ। ਸੋਚਦੀ ਰਹੀ। ਅੰਤ ਨੂੰ ਉਹ ਪੱਤੇ ਨੂੰ ਉੱਥੇ ਹੀ ਛੱਡ ਕੇ ਇਕੱਲੀ ਮੋਰੀ ਅੰਦਰ ਚਲੀ ਗਈ। ਗੱਲ ਤਾਂ ਨਿੱਕੀ ਜਿਹੀ ਸੀ ਪਰ ਹੈ ਬੜੀ ਅਰਥਪੂਰਨ ਸੀ। ਕੀੜੀ ਵਜੋਂ ਬੜੀ ਸਿਆਣੀ ਸੀ। ਉਸਨੇ ਪੱਤੇ ਨੂੰ ਤਰੇੜ ਤੋਂ ਲੰਘਣ ਲਈ ਵਰਤਿਆ। ਉਹ ਮਨੁੱਖ ਵਾਂਗ ਮੂਰਖ ਵੀ ਸੀ। ਉਹਨੇ ਆਪਣੀ ਵਿੱਤ, ਲੋੜ ਤੇ ਸਮਰੱਥਾ ਨਾਲੋਂ ਵਡੇਰੀ ਵਿਉਂਤ ਬਣਾ ਲਈ ਸੀ ਜਿਹੜੀ ਉਹਦੇ ਕੰਮ ਨਹੀਂ ਆਈ। ਜਿਵੇਂ ਕੀੜੀ ਨਾਲ ਵਾਪਰਿਆ ਉਵੇਂ ਮਨੁੱਖ ਨਾਲ ਵੀ ਅਕਸਰ ਵਾਪਰਦਾ ਹੈ। ਕੁਝ ਵਿਉਂਤਾਂ ਸਫਲ ਹੋ ਜਾਂਦੀਆਂ ਹਨ, ਕੁਝ ਸਿਰੇ ਨਹੀਂ ਚੜ੍ਹਦੀਆਂ। ਧੰਨਵਾਦ। ਸਾੜਾ ਤੇ ਈਰਖਾ। ਇੱਕ ਦੁਕਾਨ 'ਤੇ ਛੋਲੇ ਕੁਲਚੇ ਵਿਕਦੇ ਸਨ ਜਿੱਥੇ ਸਾਰਾ ਦਿਨ ਗਾਹਕਾਂ ਦੀ ਗਹਿਮਾ ਗਹਿਮੀ ਰਹਿੰਦੀ ਸੀ। ਨਾਲ ਹੀ ਇੱਕ ਸੁਨਿਆਰੇ ਦੀ ਦੁਕਾਨ ਸੀ। ਸੁਨਿਆਰੇ ਦੀ ਸ਼ਿਕਾਇਤ ਸੀ ਕਿ ਕੁਲਚਿਆਂ ਛੋਲਿਆਂ ਵਾਲੀ ਦੁਕਾਨ 'ਤੇ ਸਾਰਾ ਦਿਨ ਰੌਲਾ ਪੈਂਦਾ ਰਹਿੰਦਾ ਸੀ। ਇੱਕ ਦਿਨ ਦੋਹਾਂ ਵਿਚਕਾਰ ਬੋਲ ਬੁਲਾਰਾ ਹੋ ਗਿਆ। ਸੁਨਿਆਰੇ ਨੇ ਸਬਕ ਸਿਖਾਉਣ ਵਾਸਤੇ ਆਪ ਵੀ ਕੁਲਚੇ ਛੋਲੇ ਵੇਚਣੇ ਆਰੰਭ ਦਿੱਤੇ। ਸਾੜੇ ਈਰਖਾ ਨਾਲ ਰੌਲਾ ਵਧੇਰੇ ਸੁਣਦਾ ਹੈ ਕਿਉਂਕਿ ਇਹ ਵਧੇਰੇ ਧਿਆਨ ਨਾਲ ਸੁਣਿਆ ਜਾਂਦਾ ਹੈ। ਸੁਨਿਆਰੇ ਨੇ ਲਾਊਡ ਸਪੀਕਰ ਲਾ ਕੇ ਰੇਟ ਘਟਾ ਕੇ ਗਾਹਕਾਂ ਨੂੰ ਖਿੱਚਣ ਦਾ ਯਤਨ ਕੀਤਾ ਪਰ ਹਰ ਗਾਹਕ ਇੱਕ ਵਾਰ ਹੀ ਆਉਂਦਾ ਸੀ ਕਿਉਂਕਿ ਸੁਨਿਆਰੇ ਦਾ ਵਾਹ ਸਾਰਾ ਦਿਨ ਰੱਤੀਆਂ, ਮਾਸਿਆਂ, ਤੋਲਿਆਂ ਨਾਲ ਪੈਂਦਾ ਸੀ। ਉਹਨੂੰ ਭਰੀਆਂ ਕੜਛੀਆਂ ਵਰਤਣ ਦੀ ਆਦਤ ਹੀ ਨਹੀਂ ਸੀ। ਸੁਨਿਆਰਾ ਆਪਣੇ ਮਾਸਿਆਂ ਤੋਲਿਆਂ ਤੋਂ ਬਾਹਰ ਨਾ ਆ ਸਕਿਆ ਅਤੇ ਉਹਦਾ ਛੋਲਿਆਂ ਵਾਲੇ ਨੂੰ ਸਬਕ ਸਿਖਾਉਣ ਦਾ ਉਪਰਾਲਾ ਸਫਲ ਨਾ ਹੋਇਆ ਅਤੇ ਉਹ ਆਪਣੀ ਦੁਕਾਨ ਹੀ ਵੇਚ ਗਿਆ ਜਿਹੜੀ ਮਗਰੋਂ ਛੋਲਿਆਂ ਵਾਲੇ ਨਹੀਂ ਖਰੀਦ ਲਈ। ਸਾੜੇ ਤੇ ਈਰਖਾ ਦੀ ਲੜਾਈ ਵਿੱਚ ਜਿੱਤ ਨਹੀਂ ਹੁੰਦੀ। ਧੰਨਵਾਦ। ਖਾਣ ਵਾਲੀ ਚੀਜ਼। ਕਿਸੇ ਉਦਾਸ ਨਿਰਾਸ਼ ਵਿਅਕਤੀ ਨੂੰ ਮਿਲਣ ਜਾ ਰਹੇ ਹੋ, ਕੋਈ ਅਜਿਹੀ ਖਾਣ ਵਾਲੀ ਚੀਜ਼ ਲੈ ਕੇ ਜਾਓ ਜਿਹੜੀ ਰਲ ਕੇ ਖਾਧੀ ਜਾ ਸਕੇ। ਉਦਾਸ ਵਿਅਕਤੀ ਨੂੰ ਤੁਹਾਡਾ ਆਉਣਾ ਚੰਗਾ ਲੱਗੇਗਾ। ਇੱਕ ਵਿਅਕਤੀ ਆਪਣੇ ਮਿੱਤਰ ਨੂੰ ਮਿਲਣ ਗਿਆ ਜਿਹਦੀ ਲੱਤ ਟੁੱਟੀ ਹੋਈ ਸੀ। ਜਾਂਦਾ ਹੋਇਆ ਉਹ ਮਿੱਤਰ ਦੇ ਘਰ ਦੇ ਨੇੜੇ ਪਕੌੜਿਆਂ ਦੀ ਪ੍ਰਸਿੱਧ ਦੁਕਾਨ ਤੋਂ ਪਕੌੜੇ ਲੈ ਗਿਆ ਅਤੇ ਦੋਸਤ ਨੂੰ ਕਿਹਾ, ਪਕੌੜੇ ਮੈਂ ਲੈ ਆਉਂਦੇ ਹਨ, ਚਾਹ ਬਣਵਾਓ। ਉੱਥੇ 2 ਘੰਟੇ ਰਿਹਾ। ਉਦਾਸ ਦੋਸਤ ਨੂੰ ਬੜੀ ਪ੍ਰਸੰਨਤਾ ਹੋਈ। ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਉਦਾਸੀ ਅਤੇ ਨਿਰਾਸ਼ਤਾ ਨੂੰ ਦੂਰ ਕਰਨ ਦੀ ਸ਼ਕਤੀ ਹੁੰਦੀ ਹੈ। ਅਸੀਂ ਖਾ ਕੇ ਪ੍ਰਸੰਨ ਹੁੰਦੇ ਹਾਂ ਅਤੇ ਪ੍ਰਸੰਨ ਹੋਣ ਵੇਲੇ ਖਾਂਦੇ ਹਾਂ। ਉਦਾਸ ਮਿੱਤਰ ਨੇ ਪਕੌੜਿਆਂ ਵਾਲੇ ਦੋਸਤ ਨੂੰ ਕਿਹਾ, ਅਸਲੀ ਹਾਲ ਚਾਲ ਤਾਂ ਮੇਰਾ ਤੂੰ ਹੀ ਪੁੱਛਣ ਆਇਆ, ਬਾਕੀ ਸਾਰੇ ਆਪਣਾ ਹੀ ਹਾਲ ਦੱਸਣ ਆਏ ਸਨ। ਧੰਨਵਾਦ। ਪਿਆਰ 3 ਪ੍ਰਕਾਰ ਦਾ ਹੁੰਦਾ ਹੈ। ਪਹਿਲੀ ਪ੍ਰਕਾਰ ਦਾ ਪਿਆਰ ਸੁਆਰਥੀ ਹੁੰਦਾ ਹੈ, ਜਿਹੜਾ ਮੰਗਦਾ ਹੀ ਹੈ, ਕੁਝ ਦਿੰਦਾ ਨਹੀਂ। ਦੂਜੀ ਪ੍ਰਕਾਰ ਦਾ ਪਿਆਰ ਵਪਾਰ ਹੁੰਦਾ ਹੈ, ਜਿਸ ਵਿੱਚ ਪਿਆਰ ਦਾ ਲੈਣ ਦੇਣ ਹੁੰਦਾ ਹੈ। ਤੀਜੀ ਕਿਸਮ ਦਾ ਪਿਆਰ ਸਭ ਕੁਝ ਦੇ ਦਿੰਦਾ ਹੈ, ਕੁਝ ਮੰਗਦਾ ਨਹੀਂ। ਇਹ ਸ਼ਮਾ ਨਾਲ ਪਤੰਗੇ ਵਾਲਾ ਪਿਆਰ ਹੁੰਦਾ ਹੈ। ਧੰਨਵਾਦ। ਮਨੁੱਖੀ ਸਰਦਾਰੀ। ਮਨੁੱਖੀ ਨਸਲ ਦੇ ਵਿਕਾਸ ਦੌਰਾਨ ਸਭ ਤੋਂ ਵੱਧ ਮਹੱਤਵਪੂਰਨ ਪੜਾਅ ਅਗਲੀਆਂ ਲੱਤਾਂ ਨੂੰ ਤੁਰਨ ਦੇ ਕਾਰਜ ਤੋਂ ਮੁਕਤ ਕਰਾਉਣਾ ਸੀ। ਖਲੋਣ ਕਰਕੇ ਮਨੁੱਖ ਦਾ ਕੱਦ ਉੱਚਾ ਹੋ ਗਿਆ ਸੀ, ਪਰ 4 ਦੀ ਥਾਂ 2 ਲੱਤਾਂ 'ਤੇ ਤੁਰਨ ਕਰਕੇ ਚੌਪਾਈ ਪਸ਼ੂਆਂ ਦੇ ਮੁਕਾਬਲੇ ਮਨੁੱਖ ਦੀ ਰਫ਼ਤਾਰ ਘਟ ਗਈ। ਮਨੁੱਖ ਲਈ ਆਪਣੇ ਕੱਦ ਨਾਲੋਂ ਨੀਵੇਂ ਪਸ਼ੂ ਕਾਬੂ ਕਰਨੇ ਸੌਖੇ ਹੋ ਗਏ। ਅਗਲੀਆਂ ਲੱਤਾਂ, ਬਾਹਾਂ ਅਤੇ ਹੱਥ ਬਣ ਗਏ। ਹੱਥਾਂ ਨਾਲ ਮਨੁੱਖ ਨੇ ਸੰਦ ਬਣਾਏ। ਅੰਗੂਠੇ ਨੇ ਸੰਦ ਨੂੰ ਫੜਨ ਦੀ ਯੋਗਤਾ ਉਪਜਾਈ। 2 ਲੱਤਾਂ 'ਤੇ ਹੋਣ ਕਾਰਨ ਉਹਦੀ ਹੋਂਦ ਨੂੰ ਖਤਰੇ ਵਧੇ। ਇਹਨਾਂ ਵਧੇ ਖਤਰਿਆਂ ਦਾ ਹੱਲ ਲੱਭਣ ਲਈ ਮਨੁੱਖ ਨੇ ਸੋਚਣਾ ਆਰੰਭਿਆ। ਡਾਂਗ ਵਰਤਣੀ, ਛਾਲ ਮਾਰਨੀ, ਪੱਥਰ ਮਾਰਨ ਦੀ ਯੋਗਤਾ ਉਪਜੀ। ਇਵੇਂ ਮਨੁੱਖ ਆਪ ਸ਼ਿਕਾਰ ਬਣਨ ਦੀ ਥਾਂ ਹੋਰ ਪਸ਼ੂਆਂ ਦਾ ਸ਼ਿਕਾਰ ਕਰਨ ਲੱਗ ਪਿਆ ਅਤੇ ਸਮੁੱਚੇ ਜੀਵ ਜੰਤੂ ਜਗਤ ਵਿੱਚ
ਮਨੁੱਖੀ ਨਸਲ ਦੀ ਸਰਦਾਰੀ ਸਥਾਪਿਤ ਹੋਣ ਲੱਗ ਪਈ। ਇਹ ਪ੍ਰਕਿਰਿਆ ਲੱਖਾਂ ਸਾਲ ਵਿੱਚ ਵਾਪਰੀ ਹੈ, ਪਰ ਲੱਗਦਾ ਇਵੇਂ ਹੈ ਜਿਵੇਂ ਮਨੁੱਖ ਆਰੰਭ ਤੋਂ ਹੀ ਇਵੇਂ ਸੀ। ਵਿਕਾਸ ਦੀ ਪ੍ਰਕਿਰਿਆ ਹੁਣ ਵੀ ਜਾਰੀ ਹੈ। ਧੰਨਵਾਦ। ਚਤੁਰ ਰਾਣੀ। ਪਟਿਆਲੇ ਦਾ ਮਹਾਰਾਜਾ ਸਾਹਿਬ ਸਿੰਘ ਆਪਣੀ ਰਾਣੀ ਆਸ ਕੌਰ ਹੱਥੋਂ ਦੁਖੀ ਹੋ ਕੇ ਕਿਲ੍ਹਾ ਮੁਬਾਰਕ ਅੰਦਰਲੀ ਆਪਣੀ ਰਿਹਾਇਸ਼ ਛੱਡ ਕੇ ਬਾਰਾਂਦਰੀ ਵਿੱਚ ਰਹਿਣ ਲੱਗ ਪਿਆ ਸੀ। ਉਹ ਸਮਝਦਾ ਸੀ ਕਿਵੇਂ ਰਾਣੀ ਉਹਦੇ ਕੰਮ ਵਿੱਚ ਦਖਲ ਨਹੀਂ ਦੇ ਸਕੇਗੀ, ਪਰ ਵਾਪਰ ਕੁਝ ਹੋਰ ਹੀ ਗਿਆ। ਰਾਣੀ ਰਾਜੇ ਤੋਂ ਹੋਰ ਵੀ ਅਵੇਸਲੀ ਤੇ ਲਾਪਰਵਾਹ ਹੋ ਗਈ ਤੇ ਉਹਨੇ ਸਾਰਾ ਰਾਜਕਾਜ ਹੀ ਆਪਣੇ ਹੱਥ ਲੈ ਲਿਆ। ਰਾਜ ਦੀ ਵਾਗਡੋਰ ਨੂੰ ਆਪਣੇ ਹੱਥ ਰੱਖਣ ਦੀ ਰਾਜੇ ਦੀ ਹਰ ਕੋਸ਼ਿਸ਼ ਨੂੰ ਰਾਣੀ ਨੇ ਨਾਕਾਮ ਕਰ ਦਿੱਤਾ। ਰਾਜੇ ਨੇ ਤੰਗ ਆ ਕੇ ਮਹਾਰਾਜਾ ਰਣਜੀਤ ਸਿੰਘ ਅੱਗੇ ਮਦਦ ਦੀ ਫਰਿਆਦ ਕੀਤੀ। ਰਾਣੀ ਬੜੀ ਚਤੁਰ ਸੀ। ਉਹਨੇ ਰਣਜੀਤ ਸਿੰਘ ਦੇ ਪਟਿਆਲੇ ਆਉਣ ਤੋਂ ਪਹਿਲਾਂ ਹੀ ਮਹਾਰਾਜੇ ਨੂੰ ਪਲੋਸ ਕੇ ਕਿਲ੍ਹਾ ਮੁਬਾਰਕ ਮੋੜ ਲਿਆਂਦਾ। ਰਣਜੀਤ ਸਿੰਘ ਪਟਿਆਲੇ ਪੁੱਜਾ ਤਾਂ ਉਹਦੇ ਕਰਨ ਜੋਗਾ ਕੁਝ ਨਹੀਂ ਸੀ। ਮਹਾਰਾਣੀ ਨੇ ਉਸਨੂੰ ਇੱਕ ਤੋਪ ਤੇ ਇੱਕ ਕੈਂਠਾ ਨਜ਼ਰਾਨੇ ਵਜੋਂ ਭੇਟ ਕਰਕੇ ਲਾਹੌਰ ਲਈ ਰਵਾਨਾ ਕੀਤਾ। ਰਾਣੀ ਚੁਸਤ ਹੀ ਨਹੀਂ, ਚਤੁਰ ਵੀ ਸੀ। ਧੰਨਵਾਦ। ਨਾਵਲਕਾਰ। ਅੰਗਰੇਜ਼ੀ ਦੀ ਪ੍ਰਸਿੱਧ ਨਾਵਲਕਾਰਾ ਜੇਨ ਆਸਟਿਨ ਦੇ ਨਾਵਲਾਂ ਵਿੱਚ ਫੈਕਟਰੀਆਂ, ਮਜ਼ਦੂਰਾਂ ਤੇ ਮਸ਼ੀਨਾਂ ਦਾ ਕੋਈ ਉਲੇਖ ਨਹੀਂ। ਉਸਨੇ ਪੇਂਡੂ ਸਮਾਜ ਦੇ ਰੱਜੇ ਪੁੱਜੇ ਲੋਕਾਂ ਬਾਰੇ ਹੀ ਲਿਖਿਆ। ਇਵੇਂ ਹੀ ਪੰਜਾਬੀ ਦੇ ਨਾਵਲਕਾਰ ਨਾਨਕ ਸਿੰਘ ਦੇ ਨਾਵਲਾਂ ਦੀ ਸਮੱਸਿਆ ਕੋਈ ਹੋਵੇ, ਉਹਦੀ ਪਿਆਰ ਕਹਾਣੀ ਬਣਾ ਦਿੰਦਾ ਹੈ। ਨਾਨਕ ਸਿੰਘ ਨੂੰ ਭਰਪੂਰ ਪਿਆਰ ਦਾ ਅਨੁਭਵ ਨਹੀਂ ਸੀ। ਉਸਦੇ ਕਿਸੇ ਨਾਵਲ ਵਿੱਚ ਭਰਪੂਰ ਪਿਆਰ ਦਾ ਦ੍ਰਿਸ਼ ਨਹੀਂ ਮਿਲਦਾ। ਅੰਗਰੇਜ਼ੀ ਨਾਵਲਕਾਰ ਹਾਰਡੀ ਦਾ ਆਪਣਾ ਕੋਈ ਬੱਚਾ ਨਹੀਂ ਸੀ। ਉਸਦੇ ਕਿਸੇ ਨਾਵਲ ਵਿੱਚ ਬੱਚਾ ਨਹੀਂ ਹੁੰਦਾ। ਟੈਸ ਨਾਵਲ ਵਿੱਚ ਨਜਾਇਜ਼ ਬੱਚਾ ਹੁੰਦਾ ਹੈ, ਪਰ ਹਾਰਡੀ ਉਹਨੂੰ ਜਲਦੀ ਮਾਰ ਦਿੰਦਾ ਹੈ। ਜਸਵੰਤ ਸਿੰਘ ਕੰਵਲ ਨੂੰ ਸ਼ਹਿਰੀ ਜੀਵਨ ਦਾ ਅਨੁਭਵ ਨਹੀਂ ਸੀ। ਨਾਨਕ ਸਿੰਘ ਨੂੰ ਪੇਂਡੂ ਜੀਵਨ ਦਾ ਅਨੁਭਵ ਨਹੀਂ ਸੀ, ਸੋ ਉਹਨਾਂ ਦੇ ਨਾਵਲਾਂ ਵਿੱਚ ਇਹ ਅਨੁਭਵ ਪੇਸ਼ ਹੀ ਨਹੀਂ ਹੋਏ। ਵਾਸਤਵ ਵਿੱਚ ਜਦੋਂ ਵੀ ਕੋਈ ਲੇਖਕ ਆਪਣੇ ਅਨੁਭਵ ਘੇਰੇ ਤੋਂ ਬਾਹਰ ਜਾਂਦਾ ਹੈ ਤਾਂ ਹਾਸੋਹੀਣੀਆਂ ਰਚਨਾਵਾਂ ਰਚਦਾ ਹੈ। ਇਹੀ ਕਾਰਨ ਹੈ ਕਿ ਇਸਤਰੀਆਂ ਦੇ ਨਾਵਲਾਂ ਵਿੱਚ ਅਕਸਰ ਵਿਚਾਰ ਨਹੀਂ ਹੁੰਦੇ, ਰਿਸ਼ਤਿਆਂ ਦੇ ਵੇਰਵੇ ਹੀ ਹੁੰਦੇ ਹਨ। ਧੰਨਵਾਦ। ਨੈਤਿਕਤਾ। ਜਿਹੜੀ ਗੱਲ ਯੂਨਾਨੀਆਂ ਤੇ ਨੈਤਿਕ ਨੇਮਾਂ ਵਿਰੁੱਧ ਹੁੰਦੀ ਸੀ, ਉਹ ਉਹਨਾਂ ਨੂੰ ਪ੍ਰਵਾਨ ਨਹੀਂ ਸੀ ਹੁੰਦੀ। ਯੂਨਾਨੀ ਧੋਖੇ ਤੇ ਬੇਈਮਾਨੀ ਦੀ ਥਾਂ ਹੌਸਲੇ, ਬਹਾਦਰੀ ਤੇ ਵਿਉਂਤ ਨਾਲ ਯੁੱਧ ਜਿੱਤਣ ਵਿੱਚ ਵਿਸ਼ਵਾਸ ਕਰਦੇ ਸਨ। ਉਹ ਜਿੱਤ ਲਈ ਹੀ ਨਹੀਂ, ਇਮਾਨਦਾਰੀ ਨਾਲ ਜਿੱਤੇ ਯੁੱਧ ਦੀ ਸ਼ਾਨ ਲਈ ਲੜਦੇ ਸਨ। ਧੰਨਵਾਦ।